ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 21ਵਾਂ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾ ਖੇਤਾ ਦੀਪਾਂ ਲੋਆਂ ਮੰਡਲਾਂ ਖੰਡਾਂ ਬਰਪੰਡਾ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਹਾਂ ਸੋ ਮਿਤ ਜਾਣੇ ਨਾਨਕਾ ਸਰਾਮ ਮੇਰਾ ਜਨਤਾ। ਨਾਨਕ ਜੰਤੂ ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੀ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੋ ਹਾਰੀ ਸੋ ਅਸਤ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾ। ਸਤਿਗੁਰੂ ਸਮਝਾਉਂਦੇ ਆ ਭਾਈ, ਇਹ ਸਾਰੇ ਸੱਚ ਦੇ ਸਹਾਰੇ ਖੜੇ ਨੇ। ਪੁਰਖ ਬ੍ਰਿਸ਼ ਤੀਰਥ ਤੱਟਾਂ ਤੇ ਤੀਰਥਾਂ ਤੇ ਮੇਘਾਂ ਤੋਂ ਭਾਵ ਤੀਰਥਾਂ ਦੇ ਉੱਪਰ ਧਾਰਮਿਕ ਸਮਾਗਮਾਂ 'ਤੇ ਆਪਦੀ ਮੱਤ ਅਨੁਸਾਰ ਮੇਘੇ ਜਿਹੜੇ ਗਿਆਨ ਦਿੰਦੇ ਨੇ, ਪ੍ਰਚਾਰ ਕਰਦੇ ਨੇ। ਜਿਵੇਂ ਅਸੀਂ ਕਰਦੇ ਹਾਂ ਗੁਰੂ ਘਰਾਂ 'ਚ, ਇਵੇਂ ਸਾਰੇ ਧਰਮ ਵਾਲੇ ਕਰਦੇ ਨੇ। ਪਰ ਸਾਰਿਆਂ ਦੇ ਵਿੱਚ ਆਤਮਾ, ਬ੍ਰਿਸ਼ 'ਚ ਵੀ ਆਤਮਾ, ਪੁਰਖ 'ਚ ਵੀ ਆਤਮਾ, ਇਹ ਸਾਰੇ ਜਿੰਨੇ ਵੀ ਜੀਵ ਨੇ, ਚਾਰੇ ਖਾਣੀਆਂ ਆ ਜਾਣੇ ਆਪਾਂ ਨੂੰ ਅੱਗੇ, ਇਹ ਆਤਮਾ ਭਾਵ ਸੱਚ ਕਰਕੇ ਖੜੇ ਨੇ। ਇੱਥੇ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾ। ਮੇਘਾ ਬਹੁ ਬਚਨ ਹੈ। ਜੇ ਇੱਕ ਬਚਨ ਆਉਂਦਾ ਮੇਘ ਤਾਂ ਬੱਦਲਾਂ ਨੂੰ, ਪਾਣੀ ਨੂੰ ਕਿਹਾ ਸੀ। ਜੇ ਆਪਾਂ ਵਿਚਾਰੀਏ ਇੱਥੇ ਜਿਹੜੀ ਮਾਇਆ ਦੀ ਗੱਲ ਸਮਝਾ ਕੇ ਆਪਾਂ ਨੂੰ ਮਾਇਆ ਦੇ ਵਿੱਚ ਮਾਇਆ ਦੇ ਪ੍ਰਮਾਣ ਦੇ ਕੇ ਸਮਝਾ ਕੇ ਆਪਾਂ ਨੂੰ ਗੱਲ ਨਿਰਾਕਾਰ ਦੁਨੀਆ ਦੀ, ਭਾਵ ਜਿਹੜਾ ਅੱਖਾਂ ਨੂੰ ਦੀਂਦਾ ਨੀਗਾ, ਆਕਾਰ ਤੋਂ ਰਹਿਤ ਹੈ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਉਹਨੂੰ ਸਮਝਾਇਆ ਜਾਂਦਾ ਵਾ। ਖੇਤਾ ਹਿਰਦਾ, ਜਿਵੇਂ ਸਤਿਗੁਰੂ ਸਮਝਾਉਂਦੇ ਨੇ ਭਾਈ, ਆਪਾਂ ਖੇਤ ਦੇ ਵਿੱਚ ਬੀਜਦੇ ਹਾਂ, ਇਵੇਂ ਸੰਸਾਰ ਧਰਮਾਂ ਸਥਾਨਾਂ 'ਤੇ ਜਾ ਕੇ ਪ੍ਰਚਾਰ ਕਰਦੇ ਨੇ। ਮੇਘੇ ਸੁਣਾਉਂਦੇ ਨੇ ਆਪਦੀ ਮੱਤ ਅਨੁਸਾਰ, ਜਿੰਨੀ ਕੁਦਰਤ ਉਹਨਾਂ ਨੂੰ ਬੁੱਧੀ ਬਖਸ਼ੀ ਹੈ। ਪਰ ਉਹ ਸਾਰੀ ਸਰੀਰ ਕਰਕੇ ਕਰਮ ਨੇ, ਜਿੰਨੇ ਆਪਣੇ ਪਿੱਛੇ ਆਪਾਂ ਜੋ ਕਰਕੇ ਆਏ ਹਾਂ ਹੁਣ ਤੱਕ। ਜਦ ਤੱਕ ਆਪਾਂ ਗੁਰ ਕੇ ਚਰਨ ਬਾਣੀ ਨਾਲ ਨਹੀਂ ਜੁੜਦੇ, ਜਦ ਤੱਕ ਪਿਛਲੇ ਜਿੰਨੇ ਵੀ ਕਰਮ ਨੇ ਸਾਰੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ, ਸਰੀਰ ਦੇ ਸੁੱਖਾਂ ਕਰਕੇ। ਉਹ 'ਚੋਂ ਆਪਾਂ ਨੂੰ ਕੀ ਪ੍ਰਾਪਤ ਹੋਇਆ? ਜੰਮਣ ਮਰਨ। ਕਾਲ ਨੇ ਛੱਡਿਆ ਹੀ ਨਹੀਂ ਆਪਣਾ। ਉਹ ਸਾਰੇ ਜਿੰਨੇ ਕਰਮ ਸੀਗੇ ਉਹ ਮਾਇਆ ਦੇ ਸੀਗੇ। ਉਹ 'ਚੋਂ ਗਿਆਨ ਤਾਂ ਪੈਦਾ ਨਹੀਂ ਹੋਇਆ। ਗਿਆਨ ਤਾਂ ਗੁਰ ਕੇ ਚਰਨ 'ਚੋਂ ਪੈਦਾ ਹੋਣਾ। ਫਿਰ ਸਾਨੂੰ ਸਮਝ ਆਉਣੀ। ਸਤਿਗੁਰੂ ਸਾਹਿਬ ਸਮਝਾਉਂਦੇ ਨੇ ਭਾਈ, ਸਾਰਿਆਂ ਦੇ ਵਿੱਚ ਹੀ ਸੱਚ ਹੈ, ਆਤਮਾ ਹੈ, ਜੀਵਾਂ ਦੇ ਵਿੱਚ ਵੀ, ਬ੍ਰਿਸ਼ਾਂ 'ਚ ਵੀ। ਜਿਹੜੇ ਉੱਥੇ ਪ੍ਰਚਾਰ ਕਰਦੇ ਨੇ ਸਾਰਿਆਂ 'ਚ, ਸਾਰੇ ਹੀ ਉਹਦੇ ਨੇ। ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੋ ਭਲੇ ਕੋ ਬੰਦੇ। ਲੋਗਾ ਭਰਮ ਨਾ ਭੂਲੋ ਪਾਈ, ਭਰਮ ਨਾ ਭੂਲੋ ਪਾਈ। ਖਾਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ। ਸਰਬ ਵਿਆਪੀ ਹੈ ਭਾਈ ਉਹ। ਉਹਦੇ ਬਾਰੇ ਤਾਂ ਆਪਾਂ ਨੂੰ ਬਾਣੀ ਸਮਝਾਉਂਦੀ ਹੈ।
ਜਿੱਥੋਂ ਆਸਾ ਕੀ ਵਾਰ ਸ਼ੁਰੂ ਹੋਈ ਹੈ ਉੱਥੋਂ ਹੀ ਪਹਿਲਾਂ ਆਪਣਾ ਸ਼ਲੋਕ ਜਿਹੜਾ ਸ਼ੁਰੂ ਹੋਇਆ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਗੁਰ ਸ਼ਬਦ ਦਾ ਗਿਆਨ ਐਸਾ ਹੈ, ਸਾਡਾ ਸੁਭਾਅ ਬਦਲ ਦਿੰਦਾ ਹੈ। ਸਰੀਰ ਕਰਕੇ ਅਸੀਂ ਦੇਵਤਾ ਧਰਮ ਕਹਾਉਂਦੇ ਹਾਂ ਭਾਈ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਉਹੀ ਸਤਿਗੁਰ ਸਮਝਾਉਂਦੇ ਨੇ। ਤੱਟਾਂ ਤੀਰਥਾਂ ਤੇ ਧਾਰਮਿਕ ਸਥਾਨਾਂ 'ਤੇ ਪ੍ਰਚਾਰ ਕਰਦੇ ਨੇ ਮੀਗੇ, ਪਰ ਖੇਤ ਤਾਂ ਖਾਲੀ ਪਿਆ ਆਪਣਾ, ਉੱਥੇ ਕਿਵੇਂ ਭੇਜਾਂਗੇ? ਸਤਿਗੁਰੂ ਸਮਝਾਉਂਦੇ ਨੇ ਪੰਚਮ ਪਾਤਸ਼ਾਹ, ਆਸਾ ਮਹੱਲਾ ਪੰਜਵਾਂ, ਜੈਸੇ ਕਿਰਸਾਨ ਬੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪੁਰਾਨੀ, ਜੋ ਜਨਮੇ ਸੋ ਜਾਨੋ ਮੂਆ। ਪਰ ਜਿਹੜਾ ਅਸੀਂ ਬੀਜ ਰਹੇ ਹਾਂ ਇਹ ਤਾਂ ਕੱਚੀ ਪੱਕੀ ਹੈ ਭਾਈ ਸਾਰੀ। ਸਤਿਗੁਰ ਸਮਝਾਉਂਦੇ ਨੇ ਅਸੀਂ ਨਾਮ ਬੀਜਣਾ, ਉਹ ਖੇਤ ਹਿਰਦੇ ਦੇ ਵਿੱਚ, ਕੁਲ ਖੇਤ 'ਚ। ਉੱਥੇ ਜਿਹੜਾ ਕੁਲ ਖੇਤ, ਉੱਥੇ ਕੀ ਹੋ ਰਿਹਾ? ਉੱਥੇ ਲੜਾਈ ਲੱਗੀ ਹੋਈ ਹੈ ਸਾਡੀ ਭਾਈ। ਉਹ ਰਾਵਣ ਦਾ ਬਾਗ ਹੈ, ਵਿਕਾਰਾਂ ਦਾ। ਉਹ ਫਿਰ ਆਪਾਂ ਸਾਫ਼ ਕਰਾਂਗੇ, ਫੇਰ ਹੀ ਆਪਾਂ ਬੀਜਾਂਗੇ ਭਾਈ। ਆਪਣੀ ਮੱਤ ਦਾ ਵਿਸ਼ਾ ਨਹੀਂ ਹੈਗਾ, ਉਹ ਕਿਵੇਂ ਬੀਜਣਾ, ਕੀ ਕਰਨਾ ਹੈ, ਉਹ ਤਾਂ ਸਾਨੂੰ ਹਰ ਸੇਵਾ ਤੋਂ ਪਤਾ ਲੱਗੂਗਾ। ਬਾਣੀ ਹਰ ਕਥਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਤਾਂ ਬਹੁਤ ਦੂਰ ਦੀ ਗੱਲ ਹੈ, ਨਾਮ ਤਾਂ ਸਮਝਦੇ ਸਾਡਾ ਹੁਕਮ ਨੂੰ ਸੰਸਾਰ 'ਚੋਂ ਖਹਿੜਾ ਛੁੱਟ ਜਾਂਦਾ ਹੈ ਭਾਈ। ਸੱਚੇ ਨਾਮ ਕੀ ਲਾਗੇ, ਸੱਚ ਦੇ ਨਾਮ ਗਿਆਨ ਦੀ ਸਾਨੂੰ ਭੁੱਖ ਲੱਗ ਜੇ, ਉਹ ਚੀਜ਼ ਸਾਡੇ ਦੁੱਖ ਚਲੇ ਜਾਂਦੇ ਨੇ। ਫਿਰ ਵੀ ਅਸੀਂ ਬਾਣੀ ਨੂੰ ਨਾ ਸੁਣੀਏ, ਵਾਰ-ਵਾਰ ਹਰ ਇੱਕ ਪੰਕਤੀ, ਅਸ਼ਟਪਦੀ, ਸ਼ਬਦ, ਪੌੜੀ 'ਚ ਆਪਾਂ ਸਮਝਾਉਂਦੇ ਹੀ ਆਉਂਦੇ ਹਾਂ ਭਾਈ। ਇਹਨੂੰ ਸੁਣਨ ਦੀ ਵਿਧੀ ਹੈ, ਸੁਣਨ ਤੋਂ ਬਾਅਦ ਜਦੋਂ ਗਿਆਨ ਹੁੰਦਾ ਫਿਰ ਸਮਝਣ ਦੀ ਵਿਧੀ ਹੈ। ਬੱਚਾ ਸਕੂਲ ਪੜ੍ਹਨ ਜਾਂਦਾ ਹੈ ਕਿ ਟੀਚਰ ਨੂੰ ਉਪਦੇਸ਼ ਕਰੂਗਾ ਉਹ, ਕਿ ਟੀਚਰ ਨੂੰ ਲੈਸਨ ਦਊਗਾ, ਕਿਵੇਂ ਪੜ੍ਹੂਗਾ ਉਹ? ਸਿੱਖਣ ਜਾਣਾ ਅਸੀਂ, ਗੁਰੂ ਘਰ ਵੀ ਜਾਣਾ, ਧਾਰਮਿਕ ਸਮਾਗਮਾਂ 'ਤੇ ਜਾਣਾ, ਕਿਤੇ ਵੀ ਧਰਮ ਕਰਮ ਜੋ ਕਰਦੇ ਉਹਦੇ ਸਿੱਖਣ ਜਾਣਾ। ਸਾਨੂੰ ਉਹ 'ਚੋਂ ਕੀ ਮਿਲਦਾ ਹੈ? ਆਪਦੀ ਮੱਤ ਛੱਡ ਆਉਣੀ ਆ ਉੱਥੋਂ, ਚੰਗੀ ਜਿਹੜੀ ਮੱਤ ਗੁਰ ਕੀ ਉਹ ਲੈ ਕੇ ਆਉਣੀ ਆ। ਅਸੀਂ ਗੁਰ ਕੀ ਮੱਤ ਲੈ ਕੇ ਨਹੀਂ ਆਉਂਦੇ, ਆਪਦੀ ਮੱਤ ਦੇ ਕੇ ਉੱਥੇ ਆ ਜਾਂਦੇ ਹਾਂ। ਫਿਰ ਉਹ ਤਾਂ ਸਭ ਕਾਲ ਦਾ ਤਮਾਸ਼ਾ, ਉੱਥੋਂ ਤਾਂ ਗੁਰੂ ਆਪਾਂ ਨੂੰ ਬਚਾ ਰਹੇ ਨੇ। ਜਿੰਨੀ ਬਾਣੀ ਹੈ ਬਾਰ-ਬਾਰ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾ ਰਹੀ ਆ। ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਸ ਵਾਰੇ। ਗੁਰ ਸ਼ਬਦ ਨਾਲ ਜੁੜ ਕੇ ਭਾਈ ਆਪਦਾ ਕਾਸ ਸਵਾਰ ਲੈ, ਆਪਣੇ ਹੱਥੀਂ ਆਪਣਾ ਆਪੇ ਹੀ ਕਾਸ ਵਾਰੀ ਅੱਗੇ ਆ ਜਾਣਾ ਆਪਾਂ ਨੂੰ। ਉਹ ਖੇਤ 'ਚ ਆਪਾਂ ਕੀ ਬੀਜਾਂਗੇ? ਪ੍ਰਚਾਰ ਤਾਂ ਸਾਰੀ ਜਗ੍ਹਾ ਹੀ ਹੋ ਰਿਹਾ। ਆਪਾਂ ਕਿੰਨੀ ਗੇਰੀ ਵਿਚਾਰ ਕੇ ਕਿਹਾ ਵਾ ਭਾਈ, ਸਾਡੀ ਮੱਤ ਦਾ ਵਿਸ਼ਾ ਨਹੀਂ ਹੈਗਾ ਇਹ। ਅਸੀਂ ਬਾਣੀ ਨੂੰ ਅਰਥਾ ਲਾਂਗੇ, ਕਿੱਥੇ ਗੁਰ ਕੀ ਮੱਤ, ਕਿੱਥੇ ਸਾਡੀ ਮੱਤ। ਫਿਰ ਵੀ ਅਸੀਂ ਦੱਬੀ ਜਾਂਦੇ ਹਾਂ। ਅਗਿਆਨੀ ਹੈ ਉਹ ਸਾਨੂੰ ਸਜ਼ਾ ਮਿਲਦੀ ਹੈ ਭਾਈ। ਜਦੋਂ ਕਾਲ ਆ ਜਾਂਦਾ ਲੈ ਜਾਂਦਾ। ਸਾਰਾ ਕਾਲ ਦਾ ਤਮਾਸ਼ਾ ਹੈ। ਮਨ ਨੂੰ ਗੁਰੂ ਘਰ ਦੇ ਵਿੱਚ ਜਾਂ ਜਿੱਥੇ ਗੁਰ ਸ਼ਬਦ ਦੀ ਵਿਚਾਰ ਕਰ ਰਹੇ ਨੇ ਗੁਰੂ ਕੇ ਪਿਆਰੇ, ਜਾਂ ਧਾਰਮਿਕ ਸਮਾਗਮ ਨੇ, ਉੱਥੇ ਮਨ ਨੂੰ ਇਜਾਜ਼ਤ ਨਹੀਂ ਬੋਲਣ ਦੀ ਹੈਗੀ। ਜਿੱਥੇ ਗੁਰ ਉਪਦੇਸ਼ ਦੀ ਵਿਚਾਰ ਹੋ ਰਹੀ ਹੈ ਉੱਥੇ ਤਾਂ ਮਨ ਨੂੰ ਇਜਾਜ਼ਤ ਹੀ ਨਹੀਂ ਬੋਲਣ ਦੀ ਹੈਗੀ। ਪਰ ਅਸੀਂ ਫਿਰ ਵੀ ਅਰਥਾ ਰਹੇ ਹਾਂ ਆਪਦੀ ਮੱਤ ਨਾਲ। ਉਹੀ ਆਪਾਂ ਨੂੰ ਸਜ਼ਾ ਮਿਲਦੀ ਆ। ਜੰਮਣ ਮਰਨ ਦੀ ਪਿੱਛੇ ਵੀ ਆਪਾਂ ਵਿਚਾਰੇ, ਐਸੀ ਗਲਤੀ ਨਹੀਂ ਕਰਨੀ। ਆਪਾਂ ਗੁਰੂ ਨੂੰ ਸੁਣ ਜਾਣਾ, ਗੁਰੂ ਵੱਡਾ ਹੁੰਦਾ ਭਾਈ। ਸਾਡੀ ਮੱਤ ਕਿੱਥੇ, ਗੁਰ ਕੀ ਮੱਤ। ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਸ ਵਾਰੇ। ਗੁਰ ਕਾਸ ਤੋਂ ਭਾਵ ਗੁਰ ਸ਼ਬਦ ਦੇ ਗਿਆਨ ਨਾਲ ਸਾਡਾ ਇਹ ਆਤਮਾ ਦਾ ਕਾਜ ਸਿਰੇ ਚੜ੍ਹਨਾ। ਸੰਤਾਂ ਕੀ ਕਾਰਜ ਵਿੱਚ ਆਪ ਖਲੋਆ। ਭਾਈ ਜਦੋਂ ਇਹ ਕਾਰਜ 'ਚ ਲੱਗਾਂਗੇ ਫਿਰ ਹੀ ਉਹ ਕਿਰਪਾ ਰਹਿਮਤ ਕਰੂਗਾ। ਸੰਤ ਕਾ ਮਾਰਗ ਹੈ ਧਰਮ ਕੀ ਪੌੜੀ, ਕੋਬੜ ਭਾਗੀ ਪਾਵੇ। ਰੋਜ਼ ਰਹਿ ਰਸ ਪੜ੍ਹ ਲੈਂਦੇ, ਕਰੋ ਬਨੰਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੀ ਪਹਿਲਾ। ਗਾ ਕੇ ਛੱਡਦੇ ਨੇ ਜਿਵੇਂ ਗੀਤ ਹੁੰਦੇ ਨੇ। ਉਹ ਭਾਈ ਸਾਨੂੰ ਕੁਝ ਸਮਝਾ ਰਹੀ ਹੈ ਬਾਣੀ। ਸੱਦਣ ਹਾਰਾ ਸਿਮਰੀ ਆਪਦੇ ਘਰ ਆ ਜਾਓ ਭਾਈ। ਇਹ ਮ੍ਰਿਤ ਲੋਕ ਆ, ਛੱਡਣਾ ਪੈਣਾ ਨਹੀਂ। ਬਸ ਉਹ ਫਿਰ ਕੀ ਹੈ? ਕਾਲ ਦੇ ਵਾਸਾਂ ਸਾਰੇ, ਸਗਲ ਕਾਲ ਕਾ ਕੀਆ ਤਮਾਸ਼ਾ। ਚੌਪਈ ਸਭ ਦਸਮ ਪਿਤਾ ਸਮਝਾਉਂਦੇ ਨੇ। ਉਹ ਖੇਤ 'ਚ ਕੀ ਬੀਜਾਂਗੇ ਭਾਈ ਆਪਾਂ? ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੈਂ ਮੁਖ ਅੰਮ੍ਰਿਤ ਨਾਮ। ਹਰ ਮੇਰਾ ਸਾਥੀ ਸੰਗ ਸਖਾਈ, ਦੁੱਖ ਸੁਖ ਸਿਮਰੀ ਤਹਿ ਮੌਜੂਦ। ਜਮ ਬਪਰਾ ਮੋਹ ਕੋ ਕਹਾਂ ਡਰਾਈ। ਬਾਣੀ ਆਪਾਂ ਨੂੰ ਬਾਹਰ ਕੱਢਦੀ ਹੈ। ਹਰ ਹਰ ਨਾਮ ਜਪੰਤੀਆਂ ਕਿਸ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਅਸੀਂ ਹਟਦੇ ਹੀ ਨਹੀਂ ਹੈ। ਅਸੀਂ ਜਮਾਂ ਨਾਲ ਮਿਲ ਕੇ ਵਿਰੋਧ ਕਿਹਦਾ ਕਰਦੇ ਹਾਂ? ਆਪਦੇ ਪਿਓ ਦਾ, ਹੁਕਮ ਦਾ। ਜਮ ਕਿਹਨੇ ਪੈਦਾ ਕੀਤੇ ਨੇ? ਉਹ ਪਾਣੀ ਆਪਾਂ ਨੂੰ ਉਹੀ ਤਾਂ ਸਮਝਾਉਂਦੀ ਹੈ ਭਾਈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਾਰੀ ਮਾਇਆ ਉਹਨੇ ਬੰਨ੍ਹ ਕੇ ਰੱਖੀ ਹੈ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈਣੇ ਨੇ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤ੍ਰਿਸਕਾਰ।
ਜਿਹਨੇ ਜਮੂਆਂ ਸਿਰਜਿਆ ਮੈਂ ਜਪਿਆ ਪਰਵਰਦੀਗਾਰ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਮਨਾ ਹੁਣ ਆਪਾਂ ਨੂੰ ਕੋਈ ਚਿੰਤਾ ਨਹੀਂ ਹੈਗੀ, ਹੁਣ ਆਪਾਂ ਨੂੰ ਇਹ ਜਮ ਕੁਛ ਨਹੀਂ ਕਹਿਣਗੇ। ਜਿਹਨੇ ਜਮੂਆਂ ਪੈਦਾ ਕੀਤਾ ਮੈਂ ਤਾਂ ਉਹ ਪਰਵਰਦੀਗਾਰ ਨੂੰ ਸਮਝ ਲਿਆ, ਜਪ ਲਿਆ, ਭਾਵ ਸਮਝ ਲਿਆ। ਆਪਾਂ ਫਿਰ ਉਹਨਾਂ ਨਾਲ ਮਿਲ ਕੇ ਵਿਰੋਧ ਕਿਹਦਾ ਕਰਦੇ ਹਾਂ? ਕੁਦਰਤ ਦਾ। ਮਿੰਟ ਮਿੰਟ ਦੀ ਰਿਪੋਰਟ ਹੈ ਭਾਈ ਆਪਣੀ। ਕੋਈ ਇਕੱਲਾ ਬਹੀ ਲੈ ਕੇ ਨਹੀਂ ਬੈਠਾ ਹੈਗਾ, ਤਾਂ ਕਹਾਣੀਆਂ ਨੇ ਸਾਰੀਆਂ ਵੀ ਬਹੀ ਖਾਤੇ ਲਈ ਬੈਠੇ ਨੇ। ਸਾਡੇ ਮਨ ਦੇ ਵਿੱਚ ਹੀ ਫੀਡ ਹੋ ਜਾਂਦੀ ਹੈ। ਮਨ ਬੁੱਧੀ ਜੋ ਕਰਦੇ ਨੇ ਅੰਦਰ ਹੀ ਲਿਖਿਆ ਜਾਂਦਾ ਵਾ। ਉਹ ਤਾਂ ਮੁਕਾਉਣਾ ਸੀ ਭਾਈ, ਉਹੀ ਲੇਖਾ ਵਾ। ਜਦੋਂ ਸੱਚ ਦਾ ਗਿਆਨ ਹੁੰਦਾ, ਪਿੱਛੇ ਵੀ ਆਪਾਂ ਵਿਚਾਰ ਕੀਤੀ, ਸਾਹਿਬ ਕੀਤੀ ਸੰਤੋਖੀ, ਸੇਵ ਕੀਤੀ ਸੰਤੋਖੀ। ਜਿਹਨੇ ਸਾਹਿਬ ਦਾ ਜਸ ਕੀਤਾ ਸੰਤੋਖ 'ਚ ਰਹਿ ਕੇ, ਉਹਨਾਂ ਨੂੰ ਦੋ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਤਾਂ ਹੁੰਦੇ ਨੇ। ਪਹਿਲਾ ਗਿਆਨ ਪਦਾਰਥ ਆ, ਦੂਜਾ ਮੁਕਤੀ। ਮੁਕਤੀ ਤੋਂ ਬਿਨਾਂ ਆਪਾਂ ਕੁਦਰਤ ਦਾ ਜਸ ਨਹੀਂ ਕਰ ਸਕਦੇ, ਨਾ ਬਾਣੀ ਨੂੰ ਸਮਝ ਸਕਦੇ ਹਾਂ। ਇਹ ਬਾਣੀ ਆਪਾਂ ਨੂੰ ਦੇਵ ਲੋਕ ਜਾ ਕੇ ਸਮਝ ਆਉਣੀ। ਉਹ ਤੀਜੀ ਅਵਸਥਾ ਜਿੱਥੇ ਆਪਣੀ ਨਾਮ ਦੀ ਭਗਤੀ ਹੋਣੀ ਹੈ। ਇੱਥੇ ਹੀ ਭਗਤੀ ਕਰੀ ਜਾਂਦੇ ਆਪਾਂ ਸਰੀਰ ਕਰਕੇ। ਇਹ ਤਾਂ ਮ੍ਰਿਤ ਲੋਕ ਆ, ਛੱਡਣਾ ਪੈਣਾ। ਸਾਡਾ ਜਾਣ ਨੂੰ ਜੀ ਨਹੀਂ ਕਰਦਾ ਤਾਂ ਕੀ ਹੋ ਗਿਆ? ਆ ਜੂ ਫਿਰ ਕਾਲ। ਕਹੋ ਕਬੀਰ ਤਬ ਹੀ ਨਰ ਜਾਗੇ ਜਬ ਜਮ ਕਾ ਡੰਡ ਮੂੰਡ ਮੈਂ ਲਾਗੇ। ਫਿਰ ਉੱਠਦਾ ਵਾ, ਫਿਰ ਕਹਿੰਦਾ ਸੰਸਾਰ ਸੁਪਨਾਵਾਂ। ਪਹਿਲਾਂ ਦੂਏ ਸੁਪਨੇ ਲਈ ਜਾਂਦਾ ਵਾ। ਇਹ ਜਦ ਹੀ ਲੈਂਦਾ ਜਦ ਦਾ ਹੁਕਮ ਟੁੱਟਿਆ, ਜਦ ਦਾ ਰੋਂਦਾ ਵਾ। ਜੇ ਅਸੀਂ ਇਹ ਸਮਝ ਲਿਆ ਨਾ ਕਿਉਂ ਰੋਇਆ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਫਿਰ ਹੱਸਦੇ ਜਾਵਾਂਗੇ। ਭਗਤ ਕਬੀਰ ਜੀ ਕਹਿੰਦੇ ਰੋਤੋ ਆਵੈ ਸੋ ਹੱਸੈ। ਫਿਰ ਹੱਸਦਾ ਜਾਊਗਾ, ਨਹੀਂ ਤਾਂ ਫਿਰ ਰੋਂਦਾ ਹੀ ਜਾਊਗਾ। ਨੱਚ ਨੱਚ ਹੱਸੈ ਚੱਲੇ ਸੋ ਰੋਏ। ਜਾਣ ਵੇਲੇ ਸਾਰੇ ਰੋਣ ਲੱਗ ਜਾਂਦੇ ਨੇ ਭਾਈ। ਬੜੇ ਸਖਾਲੇ ਅਰਥ ਕਰ ਦਿੰਦੇ ਹਾਂ ਅਸੀਂ ਪਾਣੀ ਦੇ। ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਜਾਣ ਨੂੰ ਜੀ ਕਰਦਾ ਕਿਸੇ ਦਾ? ਫਿਰ ਤਾਂ ਹੱਥਾਂ ਜੋੜ ਕਰਦੇ ਹੋ, ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਮੈਨੂੰ ਬਚਾ ਲਓ ਬਚਾ ਲਓ। ਆ ਗਏ ਲੈਣ ਆ ਗਏ। ਆਏ ਕਿੱਥੋਂ ਨੇ? ਨਾਲ ਹੀ ਸੀ, ਛੱਡਿਆ ਨਹੀਂ ਖੜਾ ਉਹਨਾਂ ਨੇ। ਜਿਨ ਹਰ ਨਿਰਭਉ ਧਿਆਇਆ ਤੁਨ ਟੂਟੀ ਜਮ ਕੀ ਫਾਸੀ। ਉਹਨਾਂ ਦੀ ਜਮਾਂ ਦੀ ਫਾਸੀ ਟੁੱਟੀ ਹੈ ਭਾਈ, ਜਿਨ੍ਹਾਂ ਨੇ ਹਰ ਆਪਦੇ ਮੋੜ ਨਾਲ ਵਿਚਾਰ ਕੀਤੀ, ਫਿਰ ਹਰ 'ਚ ਲੈ ਹੋਏ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ ਦੁਵਿਧਾ। ਇਹ ਸੰਸਾਰ ਜਿਨ੍ਹਾਂ ਦਾ ਖਤਮ ਹੋ ਜਾਂਦਾ ਹੈ। ਦੁਕਿਰਤ ਜਿਨ੍ਹਾਂ ਦੀ ਛੁੱਟ ਜਾਂਦੀ ਹੈ, ਸੁਕਿਰਤ ਕਰਦੇ ਨੇ, ਸ਼ੁਭ ਕਰਮਨ ਕਰਦੇ ਨੇ। ਸ਼ੁਭ ਕਰਮਨ ਤੇ ਕਹੋ ਨਾ ਡਰੋ। ਭਾਈ ਕਾਹਤੇ ਡਰਦੇ ਹੋ? ਇੱਕ ਦਿਨ ਸੰਸਾਰ ਹੀ ਛੱਡਣਾ ਪੈਣਾ। ਇਹ ਖੇਤ 'ਚ ਕੀ ਬੀਜਾਂਗੇ ਆਪਾਂ? ਇਹ ਖੇਤ 'ਚ ਬੀਜਣਾ ਆਪਾਂ ਨਾਮ। ਨਾਮ ਕਿਵੇਂ ਬੀਜਾਂਗੇ? ਇਹ ਤਾਂ ਰਾਵਣ ਦਾ ਬਾਗ ਹੈ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਕਿੱਕਰ ਬੀਜ ਕੇ ਕੰਡੇ। ਇੱਥੋਂ ਮਿੱਠੇ ਪਦਾਰਥਾਂ ਦੀ ਆਸ ਰੱਖਾਂਗੇ ਭਾਈ। ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਕੀ ਰੇਸ਼ਮ ਇੱਥੋਂ ਪੈਦਾ ਹੋਊਗਾ? ਕੰਡੇ ਬੀਜਦੇ ਆਪਾਂ। ਉਹ ਆਤਮਾ ਕਰਕੇ ਨਾਮ ਬੀਜਣਾ ਭਾਈ ਇੱਥੇ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਿਹੜੇ ਮੇਘੇ ਨੇ ਉਹ ਆਪਦੇ ਅਨੁਸਾਰ ਆਪਦਾ ਗਿਆਨ ਦੇ ਰਹੇ ਮਨ ਮਤ ਦਾ। ਉਹ ਕੀ ਹੈ? ਸਾਰਾ ਕਾਲ ਦੇ ਵਸ ਹੈ। ਮਨ ਕੀ ਤਿਆਗੇ ਮਤੜੀ ਸੰਗ ਉਪਾਲੇ ਜਾਣੇ। ਮਤ ਕੀ ਮਤ ਦਾ ਤਿਆਗ ਕਰਨਾ ਭਾਈ। ਇੱਥੋਂ ਗੁਰ ਕੀ ਮਤ ਲੈਣਾ, ਫਿਰ ਆਪਾਂ ਅੱਗੇ ਚੱਲਣਾ ਵਾ। ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜਿਹੜੇ ਸਿਆਣੇ ਮੇਘੇ ਕਰ ਰਹੇ ਨੇ, ਇਹ ਸੰਸਾਰ ਤੱਕ ਹੀ ਸੀਮਿਤ ਨੇ, ਅੱਗੇ ਨਹੀਂ ਜਾ ਸਕਦੇ ਆਪਾਂ। ਜੇ ਅੱਗੇ ਜਾਣਾ ਕਿਸੇ ਨੇ, ਆਪਦੇ ਘਰ ਪਹੁੰਚਣਾ। ਪਿੰਨੀ ਰਹਿਣੜੀ ਜੇ ਚਮਕਣ ਤਾਰੇ, ਜੋ ਦੇਖਣੀ ਸੱਚ ਦੀ ਦੁਨੀਆ, ਤਾਂ ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਜਿਹੜਾ ਸਾਡੇ ਅੰਦਰ ਵਿਕਾਰਾਂ ਦਾ ਬਾਗ ਹੈ, ਇਹਨੂੰ ਕੱਢੀਏ। ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਹ। ਸੁੱਤੇ ਪਈ ਬੀਜੀ ਜਾਂਦੇ ਅਸੀਂ। ਜਾਗਣਾ ਮਾਂ, ਜਾਗ ਕੇ ਆਪਦੇ ਘਰ ਜਾਣਾ। ਕੌਣ ਜਾਗਣਗੇ? ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਭਾਈ ਜਿਹੜੀ ਤੇ ਗੁਰ ਕਿਰਪਾ ਹੋ ਜੂ, ਗੁਰ ਸ਼ਬਦ ਦਾ ਜਿਹਨੂੰ ਗਿਆਨ ਹੋ ਜੂ, ਉਹਨਾਂ ਦੀ ਆਤਮਾ ਜਾਗ ਜੂਗੀ। ਉਹ ਫਿਰ ਅੰਮ੍ਰਿਤ ਬਾਣੀ ਬਾਰੇ ਸਮਝਾਉਣਗੇ। ਅੰਮ੍ਰਿਤ ਕੀ ਹੁੰਦਾ ਹੈ? ਉਹ ਆਤਮਾ ਦਾ ਅੰਮ੍ਰਿਤ ਹੈ ਜਿਹੜਾ ਬਾਹਰ ਆ, ਉਹ ਸਰੀਰ ਦਾ। ਸਾਰੀਆਂ ਸਰੀਰ ਦੀਆਂ ਖੁਰਾਕਾਂ, ਸਰੀਰ ਦੀਆਂ ਪਦਵੀਆਂ, ਸਾਰਿਆ ਕੁਛ ਇੱਥੇ ਹੀ ਰਹਿੰਦਾ। ਜਦੋਂ ਕਾਲ ਆਉਂਦਾ, ਛਿਨਵੇਂ ਪਈ ਭਰਾ, ਇੱਕ ਸਿੰਨ ਲੱਗਦਾ ਹੈ ਭਾਈ। ਇਹ ਆਪਾਂ ਬੀਜਣਾ ਵਾ। ਦੀਪਾਂ ਲੋਆਂ ਮੰਡਲਾਂ ਖੰਡਾਂ ਬ੍ਰਹਮੰਡਾਂ ਮਾਇਆ, ਜਿਹੜੇ ਆਕਾਰ ਰੂਪ ਨੇ ਦੇਸ ਮਾਇਆ ਦਾ, ਜੋ ਕੁਦਰਤ ਨੇ ਬਣਾਇਆ ਵਾ ਬ੍ਰਹਮੰਡ, ਇਹ ਸਭ ਮਾਇਆ। ਉਹ ਆਪਾਂ ਸਮਝਾਂਗੇ ਕਿਵੇਂ? ਇਹ ਸਾਰਾ ਕੁਛ ਉਹਨੇ ਪੈਦਾ ਕੀਤਾ ਵਾ। ਇਹਨੂੰ ਕਿਵੇਂ ਸੰਭਾਲਣਾ? ਦੀਪਾਂ ਨੂੰ, ਲੋਹਾਂ ਮੰਡਲਾਂ ਖੰਡਾਂ ਬ੍ਰਹਮੰਡਾਂ, ਜੋ ਵੀ ਆਤਮਾ ਅਲੱਗ ਹੋ ਗਈਆਂ, ਜੰਮਣ ਮਨ 'ਚ ਨੇ, ਉਹਨਾਂ ਨੂੰ ਕਿਵੇਂ ਸੰਭਾਲਣਾ? ਉਹ ਤਾਂ ਸਾਰਾ ਸਮਝਾਇਆ ਹੀ ਆਪਾਂ ਨੂੰ, ਅੱਗੇ ਆ ਜਾਣਾ ਵਾ। ਉਹ ਸਾਰਾ ਕੁਛ ਤਾਂ ਕੁਦਰਤ ਕਰ ਰਹੀ ਹੈ। ਸਰਬ ਵਿਆਪੀ ਕਹਿੰਦੇ ਵੀ ਆ ਵੀ ਭਾਈ ਸੱਚ ਬਹੁਤ ਵੱਡੀ ਸ਼ਕਤੀ ਹੈ, ਸਾਰਿਆਂ ਨੂੰ ਸੰਭਾਲਦਾ। ਉਹ ਬਹੁਤ ਵੱਡਾ। ਗੱਲਾਂ
ਸੁਣੀਆਂ ਸੁਣੀਆਂ ਅਸੀਂ ਗਾਹਾਂ ਕਰੀ ਜਾਂਦੇ, ਜਿਵੇਂ ਰਹਿ ਰਸ ਆਪਾਂ ਪੜ੍ਹਦੇ ਹਾਂ ਨਾ, ਸੁਣ ਵੱਡਾ ਆਖੇ ਸਭ ਕੋਈ। ਵੱਡੇ ਦਾ ਫਿਰ ਦਰਸ਼ਨ ਕਦੋਂ ਕਰਾਂਗੇ ਆਪ? ਰਹਿ ਰਸ 'ਚ ਆਪਾਂ ਪੜ੍ਹਦੇ ਹਾਂ ਰੋਜ਼, ਗੁਰਸਾਖੀ ਜੋਤ ਪ੍ਰਗਟ ਹੋਈ। ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਲਈ ਜਾਣੀ ਹੈ, ਲਈ ਜਾਣੀ ਹੈ। ਫਿਰ ਮਨ ਟਿਕ ਜਾਂਦਾ, ਫਿਰ ਇਹਨੂੰ ਚਾਨਣ ਹੋ ਜਾਂਦਾ, ਫਿਰ ਇਹਨੂੰ ਯਾਦ ਆਉਂਦਾ ਜਿਹੜਾ ਮੇਰਾ ਪ੍ਰੀਤਮ ਉਹ ਤਾਂ ਮਾਇਆ ਤੋਂ ਪਰੇ ਬੈਠਾ। ਪਾਰ ਅਪਾਰ ਪ੍ਰੀਤਮ, ਪਾਰ ਹੈ ਮਾਇਆ ਤੋਂ ਪਰੇ ਆ ਭਾਈ, ਅਪਾਰ ਸ਼ਕਤੀ ਹੈ। ਗੁਰ ਸ਼ਬਦ ਲੰਘਾਵੇ, ਫਿਰ ਇਹਨੂੰ ਸਮਝ ਆਉਂਦੀ ਹੈ ਵੀ ਜਿਹੜਾ ਗੁਰ ਸ਼ਬਦ ਦਾ ਗਿਆਨ ਆ, ਮਨ ਬੁੱਧੀ ਦਾ ਤਿਆਗ ਕਰਕੇ ਫਿਰ ਚਲੇ ਜਾਂਦੇ ਨੇ ਵੀ ਸਾਨੂੰ ਗੁਰ ਸ਼ਬਦ ਤੋਂ ਬਿਨਾਂ ਕੋਈ ਨਹੀਂ ਲੰਘਾ ਸਕਦਾ। ਦੂਜੀ ਪੌੜੀ ਦੇ ਵਿੱਚ ਵੀ ਆਪਾਂ ਨੂੰ ਅੰਗਦ ਦੇਵ ਜੀ ਨੇ ਸਮਝਾਇਆ ਇਸ ਲੋਕ 'ਚ, ਜਿਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ, ਗੁਰਬਿਨ ਘੋਰ ਅੰਧਾਰ। ਅੱਜ ਐਡੇ ਵਿਹਗੇ ਨੇ ਸਾਰੇ ਸੰਸਾਰੀ, ਪਾਰ ਨਹੀਂ ਲੰਘਾ ਸਕਦੇ, ਉੱਥੇ ਚਾਨਣ ਨਹੀਂ ਕਰ ਸਕਦੇ ਜਿੱਥੇ ਗੁਰ ਸ਼ਬਦ ਨੇ ਕਰਨਾ। ਬਾਰ ਬਾਰ ਬਾਣੀ ਸਾਨੂੰ ਸਮਝਾ ਰਹੀ ਹੈ। ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਏ, ਚਾਰੇ ਖਾਣੀਆਂ ਨੇ ਭਾਈ। ਜਦੋਂ ਉਹਨੇ ਪੈਦਾ ਕੀਤੀਆਂ ਉਹਨੂੰ ਹੀ ਫਿਕਰ ਹੈ ਭਾਈ। ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਤੋਂ ਅਸੀਂ, ਸੇਤ ਪਸੀਨੇ ਤੋਂ, ਉਤਪਜ ਬਨਸਪਤੀ ਧਰਤੀ 'ਚੋਂ ਪੈਦਾ ਹੋਣ ਵਾਲੀ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ, ਜਿੰਨੇ ਵੀ ਜੰਤ ਪੈਦਾ ਕੀਤੇ ਆ ਸੰਸਾਰ ਸਮੁੰਦਰ 'ਚੋਂ ਨੇ, ਸਾਰਿਆਂ ਦਾ ਉਹਨੂੰ ਖਿਆਲ ਹੈ ਭਾਈ, ਸਾਰਿਆਂ ਦੇ ਅੰਦਰ ਦੀ ਜਾਣਦਾ ਹੈ, ਕਿਉਂਕਿ ਉਹਨੇ ਬਣਾਏ ਨੇ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਕਾਹਤੇ ਸਮਝਾਇਆ ਆਪਾਂ ਨੂੰ ਸਤਿਗੁਰਾਂ ਨੇ, ਤੁਸੀਂ ਚਿੰਤਾ ਨਾ ਕਰਿਆ ਕਰੋ ਵੀ ਆਹ ਬਿਮਾਰੀ ਆ ਗਈ ਹੁਣ ਕੀ ਹੋ, ਉਹੀ ਹੋਣਾ ਜੋ ਉਹਦਾ ਹੁਕਮ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਚਿੰਤਾ ਤਾਂ ਆਪਾਂ ਤਾਂ ਕਰੀਏ ਵੀ ਸਾਡੇ ਘਰੇ ਤੇ ਹੁੰਦਾ ਵਾ, ਉਹ ਸਾਨੂੰ ਤਾਂ ਮਨੁੱਖਾ ਦੇਹੀ ਉਹਦੀ ਕਿਰਪਾ ਨਾਲ ਮਿਲੀ ਹੈ। ਦੇਖਦੇ ਵੀ ਬੱਚਾ ਜਨਮ ਲੈਂਦਾ ਵੀ ਇਹਦੇ ਕੋਲ ਕੁਛ ਨਹੀਂ ਹੁੰਦਾ ਹੈਗਾ, ਫਿਰ ਉਹ ਰੋਂਦਾ ਆਉਂਦਾ ਵਾ, ਕੀ ਗੱਲ ਹੈ ਇਹ? ਬਾਣੀ ਸਾਨੂੰ ਸਮਝਾਉਂਦੀ ਹੈ ਭਾਈ, ਜਦੋਂ ਹੁਕਮ ਨਾਲ ਟੁੱਟਦਾ ਤਾਂ ਰੋਂਦਾ ਹੈ। ਅਤੇ ਜਦ ਦੇ ਰੋਂਦੇ ਹਾਂ ਅਸੀਂ, ਹੁਣ ਵੀ ਰੋਂਦੇ ਹਾਂ, ਹੁਣ ਮਾਇਆ ਕਰਕੇ ਰੋਂਦੇ ਹਾਂ, ਉਹਨੂੰ ਭੁੱਲ ਗਏ। ਉਦੋਂ ਤਾਂ ਰੋਇਆ ਸੀ, ਹੁਕਮ ਨਾਲ ਟੁੱਟਿਆ ਸੀਗਾ। ਹੁਕਮ ਤਾਂ ਸਰਵ ਵਿਆਪੀ ਹੈ। ਅਨੇਕਾਂ ਉਪਦੇਸ਼ ਨੇ ਆਪਣੇ ਕੋਲ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਵੀ ਅਗਨਤ ਭਰੇ ਭੰਡਾਰ। ਫਿਰ ਵੀ ਨਹੀਂ ਹਟਦੇ ਅਸੀਂ ਆਪਦੀ ਸਿਆਣਪਾਂ ਨਾਲ। ਉਹ ਭਾਈ ਜੀ ਨੇ ਬਣਾਈ ਆ, ਉਹਨੂੰ ਫਿਕਰ ਹੈ। ਪਿੱਛੇ ਪੜ੍ਹ ਕੇ ਤਾਂ ਆਪਾਂ ਆਏ ਹਾਂ, ਜੇ ਵਿਚਾਰੋਗੇ ਗਿਆਨ ਪਦਾਰਥ ਮਿਲੂਗਾ ਫਿਰ ਹੀ ਸਮਝ ਆਊਗੀ। ਭੈਵੇਂ ਚੱਲੇ ਪਵਨ ਸਦਵਾਹੋ, ਭੈਵੇਂ ਚੱਲੇ ਲੱਖ ਦਰਿਆ, ਉਹ ਸਾਰਾ ਕੁਛ ਤਾਂ ਉਹਦੇ ਹੁਕਮ ਚੱਲ ਰਿਹਾ, ਇੱਕ ਸਕਿੰਟ ਦਾ ਫਰਕ ਨਹੀਂ ਪਾਉਂਦਾ। ਅੰਨੇ ਨਹੀਂ ਤਾਂ ਅਸੀਂ ਹੋਰ ਕੀ ਹੈ। ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ, ਅਤੇ ਕਮਜਾਤਾਂ ਹੈ ਅਸੀਂ ਸਾਰੇ। ਬਣੇ ਬੈਠੇ ਹਾਂ ਧਾਰਮਿਕ, ਬਣੇ ਬੈਠੇ ਹਾਂ ਬੜੇ ਆਗੂ ਧਰਮ ਦੇ, ਉਹੀ ਤਾਂ ਮੇਘੇ ਨੇ। ਫਿਰ ਦੇਖ ਲਓ ਕੀ ਹਾਲ ਹੋ ਰਿਹਾ ਵਾ, ਸਾਰਿਆਂ ਨੂੰ ਕਾਲ ਫੜ ਕੇ ਲੈ ਜਾਂਦਾ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈ ਲਿਆ, ਹੋਰ ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਵੇ। ਜਿਹੜੇ ਮੇਘੇ ਬੜੇ ਬੜੇ ਭੇਖ ਕਰਕੇ ਲੋਕਾਂ ਨੂੰ ਬਚ ਕਰਨਾ ਚਾਹੁੰਦੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਹੈ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਬੱਧੇ ਜਮ ਪਰ ਜਾਈ। ਇੱਕ ਸੁਨਾਮ ਕੇ ਹਰ ਬਿਨ, ਸਾਰਿਆਂ ਨੂੰ ਬੰਨ੍ਹ ਕੇ ਜਮ ਲੈ ਜਾਂਦੇ ਨੇ। ਫਿਰ ਕੀ ਮਿਲਿਆ ਆਪਾਂ ਨੂੰ ਭਾਈ, ਮੇਘਿਆਂ ਨੂੰ ਕੀ ਮਿਲਿਆ? ਫਿਰ ਕਿਉਂ ਨਾ ਆਪਾਂ ਗੁਰ ਕੇ ਸਿੱਖ ਬਣੀਏ, ਗੁਰੂ ਦੇ ਚਰਨਾਂ ਨਾਲ ਲੱਗੀਏ। ਸਾਰਾ ਕੁਛ ਉਹਨੇ ਬਣਾਇਆ, ਚਿੰਤਾ ਨਹੀਂ ਕਰਨੀ। ਉਹ ਚਿੰਤਾ ਤਾਂ ਜੁੜਨ ਨਹੀਂ ਦਿੰਦੀ ਭਾਈ, ਉਹ 'ਚੋਂ ਹੰਕਾਰ ਵੱਧਦਾ ਰਹਿੰਦਾ। ਸਾਨੂੰ ਪਤਾ ਹੀ ਨਹੀਂ ਲੱਗਦਾ ਹੰਕਾਰ ਹੈ ਸਾਡੇ ਅੰਦਰ। ਪ੍ਰਚਾਰ ਵੀ ਕਰਦੇ ਹਾਂ, ਦੂਰ ਦੂਰ ਸੇਵਾ ਵੀ ਕਰਦੇ ਹਾਂ, ਪਰ ਸਾਨੂੰ ਨਹੀਂ ਪਤਾ ਲੱਗਦਾ ਇਹ ਹੰਕਾਰ ਹੈ। ਪਿੱਛੇ 2 ਸਲੋਕ ਉਹੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ। ਹਉ ਆਇਆ ਦੂਰੋਂ ਚੱਲ ਕੇ, ਆਇਆ ਸੀਗਾ ਹਉਮੈ ਛੱਡਣ, ਕੀ ਪਾ ਲਿਆ ਗਲ ਸਰੀਰ, ਆ ਜਾਤ ਸਰੀਰ ਪਾ ਲਈ, ਹਉਮੈ ਇਹ ਜਾਤ ਹੈ, ਇਹ ਪਾ ਲਈ ਭਾਈ। ਕੀ ਕਰਨਾ ਸੀ ਫਿਰ? ਅੱਗੇ ਸਤਿਗੁਰ ਸਮਝਾਉਂਦੇ ਆ, ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਸਾਰਿਆਂ ਦੇ ਨਾਲ ਹੀ ਸਮਾਇਆ ਹੋਇਆ, ਸਾਰਿਆਂ ਨੂੰ ਸੰਭਾਲ। ਦੂਰ ਕਿੱਥੇ ਆ? ਸਭੂ ਤੇ ਨੇੜੇ, ਸਾਰਿਆਂ ਦੇ ਨੇੜੇ ਹੈ। ਦੂਰ ਸਾਡੀ ਸੋਚ ਕਰਕੇ ਹੈ ਭਾਈ, ਸੋਚ ਕਰਕੇ ਦੂਰ ਹਾਂ ਅਸੀਂ। ਸਾਰਾ ਕੁਛ ਉਹਦਾ, ਸਭ ਕੁਛ ਉਸਕਾ ਉਹ ਕਰਨੇ ਹਾਰ। ਇੱਥੇ ਕਿਸੇ ਨੇ ਕੁਛ ਨਹੀਂ ਬਣਾਇਆ। ਜਦੋਂ ਬੱਚਾ ਜਨਮ ਲੈਂਦਾ ਉੱਧਰ ਨੂੰ ਨਿਗਾਹ ਮਾਰ ਲਿਆ ਕਰੋ, ਉਹਦੇ ਕੋਲ ਕੀ ਹੁੰਦਾ ਵਾ। ਹੱਥਾਂ ਜੋੜੀ ਕਰਦੇ ਹਾਂ ਤਾਂ ਕਿਤੇ ਜਨਮ ਹੁੰਦਾ ਹੈ, ਫਿਰ ਅਸੀਂ ਵੱਡੇ ਬਣ ਜਾਂਦੇ ਹਾਂ। ਉਹੀ ਤਾਂ ਕਾਲ ਹੈ ਭਾਈ। ਸੰਸਾਰ ਕੀ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਲਣੀ ਜਗ ਜਾਲਿਆ, ਦਿੱਤਾ ਨਾਮ ਬਸਾਰ। ਨਾਮ ਲੈਣ ਆਏ ਹਾਂ, ਵਡਿਆਈ ਨੇ ਭੁਲਾ ਤੇ, ਚੌਧਰਾਂ ਨੇ ਭੁਲਾ ਤੇ। ਜਿਨ ਕਰਤੇ ਕਰਣਾ ਕੀਆ, ਚਿੰਤਾ ਵੀ ਕਰਨੀ ਤਾਜ। ਕਰਤੇ ਨੇ ਸਾਰਾ ਕੁਛ ਬਣਾਇਆ, ਕਰਤੇ ਮੁੱਖ ਬਾਣੀ ਤਾਂ ਆਪਾਂ ਨੂੰ ਸਮਝਾ ਰਹੀ ਹੈ ਬਾਣੀ। ਕਰਤੇ ਦਾ ਜਸ ਹੈ, ਕਰਤੇ ਦੇ ਗੁਣਾਂ ਦਾ ਵਰਣਨ ਕਰ ਰਹੀ ਹੈ ਬਾਣੀ। ਆਪਾਂ ਸਮਝ ਕੇ ਫਿਰ ਉਹਦਾ ਜਸ ਕਰਨਾ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ।
ਸਾਰੇ ਦੀ ਚਿੰਤਾ ਉਹਨੂੰ ਭਾਈ, ਜਦੋਂ ਉਹਨੇ ਪੈਦਾ ਕੀਤੀ ਹੈ ਚਿੰਤਾ ਵੀ ਉਹਨੂੰ ਆ। ਪਿਤ ਪਾਲੇ ਜੀਵਨ ਬਹੁ ਭਾਤੀ, ਜਿਹੋ ਜਿਹੇ ਜੀ ਬਣਾਏ ਉਹੋ ਜੀ ਉਹਨੂੰ ਖੁਰਾਕ, ਕਿਉਂਕਿ ਸਾਰਿਆਂ ਨੂੰ ਪ੍ਰੇਮ ਕਰਦਾ। ਉਹਨੇ ਜਦੋਂ ਬਣਾਇਆ ਪ੍ਰੇਮ ਨਹੀਂ ਬਣਾਏ ਨੇ, ਕੁਦਰਤ ਸਰਬ ਪਿਆਰ। ਅਸੀਂ ਨਹੀਂ ਉਹਨੂੰ ਪ੍ਰੇਮ ਕਰਦੇ, ਅਸੀਂ ਬੇਈਮਾਨ ਹੈ, ਅਸੀਂ ਮਾਇਆ ਨੂੰ ਪ੍ਰੇਮ ਕਰਦੇ ਹਾਂ। ਦੇਨ ਹਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ, ਨਾਨਕ ਕਹੋ ਨਾ ਸਿੱਜੀ ਬਿਨ ਨਾਮੇ ਪਤ ਜਾਏ। ਨਾਮ ਹੁਕਮ ਦੀ ਪ੍ਰਾਪਤੀ ਤੋਂ ਬਿਨਾਂ ਸਾਡੀ ਜਿਸ ਆਤਮਾ ਹੀ ਨੰਗੀ ਵਾਪਸ ਮੁੜ ਜਾਂਦੀ ਹੈ। ਕਿਉਂ? ਦੇਨ ਹਾਰ ਨੂੰ ਛੱਡਤਾ ਅਸੀਂ, ਭੁੱਲ ਗਏ ਉਹਨੂੰ, ਸਵਾਦਾਂ 'ਚ ਲੱਗ ਗਏ। ਫਿਰ ਉਹਦਾ ਰਿਜ਼ਲਟ ਕੀ ਹੈ? ਜੰਮਣ ਮਰਨ, ਉਭੋ ਸਿਰ ਕਾਲ, ਸਿਰ 'ਤੇ ਕਾਲ ਖੜਾ ਹੈ ਭਾਈ। ਫਿਰ ਹੱਥਾਂ ਜੋੜੀ ਕਰਦੇ ਹਾਂ, ਕਰੂੰ ਅਰਦਾਸ ਗਾਉਂ ਕਿਸ ਵਾਕੀ ਲਿਹੋ ਨਵੇ ਰਾਜ ਕੀ ਰਾਥੀ। ਫਿਰ ਕੀ ਮਿਲਣਾ ਭਾਈ, ਜਦੋਂ ਸਮਾਂ ਆ ਜਾਂਦਾ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਤਿਸ ਜੋ ਹਾਰੀ ਸੋ ਅਸਤ ਤਿਸ, ਤਿਸ ਦੀ ਭਾਣ ਭਗ। ਇਹਨੂੰ ਚੰਗੀ ਤਰ੍ਹਾਂ ਆਪਾਂ ਸਮਝਣਾ ਵਾ। ਜੋ ਕੁਦਰਤ ਅੱਗੇ ਸੱਚ ਦਾ ਗਿਆਨ ਲੈ ਕੇ ਗੁਰਸਿੱਖ, ਜਿਨ੍ਹਾਂ ਨੂੰ ਦੋ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ, ਪਿੱਛੇ ਵੀ ਆਪਾਂ ਵਿਚਾਰਿਆ, ਉਹਨਾਂ ਦੀ ਮਨ ਬੁੱਧੀ ਜਿਹੜਾ ਗਿਆਨ ਉਹ ਅਸਤ ਹੋ ਜਾਂਦਾ, ਲਲੋਪ ਹੋ ਜਾਂਦਾ, ਲੱਭਦਾ ਹੀ ਨਹੀਂ ਹੈਗਾ। ਜਿਹੜੀ ਬੁੱਧ ਵੱਲ ਉਹਦੇ ਅੱਗੇ ਹਾਰ ਜਾਂਦੀ ਹੈ, ਫਿਰ ਉਹਨੂੰ ਗਿਆਨ ਪ੍ਰਾਪਤ ਹੁੰਦਾ ਹੈ, ਫਿਰ ਉਹਦੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਤਿਸ ਜੋ ਹਾਰੀ ਸੋ ਅਸਤ ਤਿਸ, ਤਿਸ ਦੀ ਭਾਣ ਭਗ। ਉਹਦਾ, ਤਿਸ ਦਾ ਕੋਈ ਵੀ ਹੋ ਸਕਦਾ ਹੈ, ਉਹ ਉਹਦੇ ਨਾਲ ਜੁੜਦਾ ਹੈ, ਉਹਦਾ ਮਨ ਬੁੱਧੀ ਫਿਰ ਭੰਗ ਨਹੀਂ ਹੁੰਦੇ, ਇੱਕ ਹੋ ਜਾਂਦੇ ਨੇ। ਸਤਿਗੁਰ ਦਾ ਦਰਸ਼ਨ ਉਹਨਾਂ ਨੂੰ ਹੋ ਜਾਂਦਾ ਹੈ। ਉਹੀ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਉਹ ਦੇਵਲੋਕ ਹੈ, ਉੱਥੇ ਪਹੁੰਚਣਾ ਆਪਾਂ। ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੋਣੀ। ਜਦ ਤੱਕ ਸਾਨੂੰ ਨਾਮ ਦੀ ਸਮਝ ਨਹੀਂ ਆਉਂਦੀ, ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ ਭਾਈ। ਨਾਮੇ ਉਤਪਤ ਨਾਮੇ ਪਰਲੋ, ਨਾਮ ਨਾਲ ਤਾਂ ਜੀਵ ਅਰਬਾਂ ਖਰਬਾਂ ਪੈਦਾ ਹੋ ਜਾਂਦੇ ਨੇ, ਨਾਮ ਨਾਲ ਸਮਾਪਤ ਹੋ ਜਾਂਦੇ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਨੇ ਤਾਂ ਸਾਰੇ ਬੰਨ੍ਹ ਕੇ ਰੱਖੇ ਨੇ ਹੁਕਮ ਨੇ ਭਾਈ। ਫਿਰ ਆਪਾਂ ਜਿਹੜਾ ਨਾਮ ਲੈਂਦੇ ਹਾਂ ਉਹ ਕਿਹੜਾ ਨਾਮ ਹੈ? ਬਸ ਇਹੀ ਸਮਝਣਾ ਸੀ। ਸਮਝਣ ਤਾਂ ਆਪਾਂ ਆਏ ਹਾਂ, ਆਇਆ ਸੁਣਨ ਪੜ੍ਹਨ ਕੋ ਬਾਣੀ। ਤਿਸ ਜੋ ਹਾਰੀ ਸੋ ਅਸਤ ਤਿਸ, ਤਿਸ ਦੀ ਭਾਣ ਭਗ। ਜਿਨ੍ਹਾਂ ਦੀ ਬੁੱਧ ਵੱਲ ਸਿਲੰਡਰ ਕਰ ਦਿੰਦੇ ਨੇ, ਮਨ ਬੁੱਧੀ ਤਿਆਗ ਸੰਸਾਰ ਦਾ ਕਰਕੇ ਆਪਦੇ ਘਰ ਚਲੇ ਜਾਂਦੇ ਨੇ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਫਿਰ ਸਾਡਾ ਕਾਰਜ ਸ਼ੁਰੂ ਹੁੰਦਾ, ਉਸ ਅਵਸਥਾ 'ਚੋਂ ਸੇਵਾ ਸ਼ੁਰੂ ਹੁੰਦੀ। ਅਸੀਂ ਪਹਿਲਾਂ ਹੀ ਮੰਨ ਲੈਂਦੇ, ਉਹ ਸਰੀਰ ਕਰਕੇ ਆ ਭਾਈ। ਜਿਹੜੇ ਗੁਰੂ ਘਰਾਂ 'ਚ ਕਰਦੇ ਆ, ਲੰਗਰ ਲਾਉਂਦੇ ਆ, ਭੰਡਾਰੇ ਲਾਉਂਦੇ ਆ, ਚਰਚ ਜਾਂਦੇ ਆ, ਮਸਜਿਦ ਜਾਂਦੇ ਆ, ਉਹ ਸਰੀਰ ਕਰਕੇ ਨੇ। ਉਹ ਆਪਣਾ ਪਹਿਲਾਂ ਹੀ ਪੜਾਅ ਵਾ, ਹਲੇ ਤੱਕ ਅੱਗੇ ਚੱਲਣਾ ਆਪਾਂ। ਉਹੀ ਤਾਂ ਸਤਿਗੁਰਾਂ ਨੇ ਸਮਝਾਇਆ ਸੰਸਾਰ ਨੂੰ। ਉਸ ਟਾਈਮ ਜੋ ਪ੍ਰਚਲਿਤ ਧਰਮ ਸੀ, ਸਾਰਿਆਂ ਨੂੰ ਸਮਝਾਇਆ ਭਾਈ ਤੁਸੀਂ ਤਾਂ ਰਾਹ 'ਚ ਹੀ ਖੜ੍ਹ ਕੇ ਅੱਗੇ ਚੱਲਣਾ ਵਾ। ਸਤਿਗੁਰ ਸਭਨਾਂ ਦਾ ਭਲਾ ਮਨਾਉਂਦਾ। ਸ੍ਰਿਸ਼ਟੀ ਨੂੰ ਤਾਰਨ ਆਏ ਸੀ, ਉਹ ਰਹਿਬਰ ਸੀਗੇ। ਅਸੀਂ ਉਹਨਾਂ ਨੂੰ ਹੀ ਉਪਦੇਸ਼ ਕਰਦੇ ਹਾਂ। ਫਿਰ ਔਰੋਂ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਕਬੀਰ ਜੀ ਕਹਿੰਦੇ ਨੇ, ਐਡਾ ਮੂੰਹ ਅੱਡ ਉਪਦੇਸ਼ ਕਰਦੇ ਨੇ, ਪਰ ਆਪ ਨਹੀਂ ਕਮਾਈ ਕਰਦੇ। ਰਾਸ ਬਗਾਨੀ ਰਾਖ ਤੇ ਖਾਇਆ ਘਰ ਕਾ ਖੇਤ। ਆਪ ਉਹਦਾ ਖੇਤ ਉਜੜਿਆ, ਦੂਆਂ ਦਾ ਠੇਕਾ ਲੈਂਦੇ ਨੇ। ਨਹੀਂ ਭਾਈ, ਪਹਿਲਾਂ ਆਪ ਕਮਾਈ ਕਰਨੀ, ਆਪ ਜਪੇ, ਆਪਣੇ ਨਾਮ ਜਪਾਵੇ। ਤਿਸ ਜੋ ਹਾਰੀ ਸੋ ਅਸਤ ਤਿਸ, ਤਿਸ ਦੀਵਾਨ ਭਗ। ਉਹਨਾਂ ਦਾ ਦੀਵਾਨ ਭਗ, ਉਹ ਜੁੜੇ ਰਹਿੰਦੇ ਨੇ। ਉਸ ਅਵਸਥਾ 'ਚ ਜਾ ਕੇ ਸਾਂਸ ਸਾਂਸ ਸਿਮਰੋ ਗੋਬਿੰਦ। ਫਿਰ ਗੋਬਿੰਦ ਦੇ ਨਾਲ ਸਾਂਸ ਸਾਂਸ ਆਤਮਾ ਮਨ ਬੁੱਧੀ ਜੁੜੇ ਰਹਿੰਦੇ ਨੇ ਇੱਕ ਹੋ ਕੇ। ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਚਰਨ ਚਲੋ ਮਾਰਗ ਗੋਬਿੰਦ। ਇਹ ਗੋਬਿੰਦ ਤੱਕ ਮਾਰਗ ਆਪਾਂ ਨੂੰ ਲੈ ਜਾਊਗਾ। ਚਰਨ ਬਾਣੀ ਹੈ, ਇਹ ਆਤਮਾ ਦੇ ਚਰਨ ਨੇ ਭਾਈ। ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਇਹ ਚਾਰੇ ਆਪਾਂ ਪ੍ਰਾਪਤ ਕਰਨੇ ਨੇ। ਹੁਣ ਕੋਈ ਨਹੀਂ, ਭਗਤ ਆਪਾਂ ਬਣ ਜਾਂਦੇ ਹਾਂ। ਤਾਈਓ ਤਾਂ ਆਤਮਾ ਜਾਂਦੀ ਨਹੀਂ ਤੀਰਥ ਨੂੰ ਆਪਦੀ। ਸੱਚ ਤਾਂ ਪਰ ਜਾਣੀਏ, ਜੇ ਸੱਚ ਨੂੰ ਜਾਣਾਂਗੇ ਫਿਰ ਆਤਮ ਤੀਰਥ ਕਰੇ ਨਿਵਾਸ ਫੇਰ ਹੀ ਜਾਊਗੀ। ਸਰੀਰ ਕਰਕੇ ਤੀਰਥ ਕਰੀ ਜਾਂਦੇ। ਉਹ ਤਾਂ ਦਿਖਾਇਆ ਕਿ ਸਤਿਗੁਰਾਂ ਨੇ ਆਪਾਂ ਨੂੰ ਵਿਹਗੇ ਬੈਠੇ ਨੇ, ਫਿਰ ਦਿੰਦੇ ਨੇ। ਫਿਰ ਆਪਾਂ ਨੂੰ ਕਾਲ ਲੈ ਜਾਂਦਾ। ਆਪ ਵੀ ਤਾਂ ਕਾਲ ਦੇ ਵਸ ਨੇ। ਜੋ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ ਸਿਆਣਪ, ਫਿਰ ਕੀ ਫਾਇਦਾ ਹੈ ਜੀ ਸਿਆਣਪਾਂ ਦਾ ਭਾਈ। ਰਾਜਾ ਪਰਜਾ ਸੰਕਰ ਮਾਰੇ, ਐਸੋ ਕਾਲ ਬਡਾਨੀ ਰੇ। ਫਿਰ ਕੀ ਬਣਿਆ ਆਪਾਂ, ਕੀ ਖੱਟਿਆ ਭਾਈ ਆਪਾਂ। ਰਾਜਪਾਟ ਵੱਡੇ ਲੈ ਕੇ ਕਾਲ ਨੇ ਥੱਪੜ ਦਾ ਬਰਾਬਰ ਹੀ ਮਾਰਿਆ ਭਾਈ। ਫਿਰ ਜੋ ਸੁਖ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈ। ਆਓ ਸਾਰੇ ਮਿਲ ਕੇ ਆਪਾਂ ਵੀ ਉੱਥੇ ਪਹੁੰਚੀਏ, ਆਪਣਾ ਵੀ ਜਸ ਸ਼ੁਰੂ ਹੋਵੇ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰਾ। ਆਤਮਾ ਦਾ ਸੰਗੀ ਤਾਂ ਹਰ ਇਹਦੇ ਨਾਲ ਹੀ ਹੈ ਭਾਈ। ਸੋਚ ਕਰਕੇ ਦੂਰ ਹੈ, ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤਿਸ ਦੀ ਬਾਣ ਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ। ਸੱਚ ਦੇ ਗਿਆਨ ਤੋਂ ਬਿਨਾਂ ਭਾਈ ਟਿੱਕਾ ਭਾਵ ਜੋ ਮੰਦਰ 'ਚ ਆਪਾਂ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਅਲੱਗ ਅਲੱਗ ਧਰਮਾਂ ਦੇ ਆਪਣੇ ਚਿੰਨ੍ਹ ਬਣਾਏ ਹੋਏ ਨੇ। ਸੱਚ ਦੇ ਗਿਆਨ ਤੋਂ ਬਿਨਾਂ ਭਾਈ ਕਿਆ ਤੱਕ ਜਿਹੜਾ ਆਪਾਂ ਪਾਉਂਦੇ ਹਾਂ, ਸਾਰਾ ਕੁਛ ਸਰੀਰ ਕਰਕੇ ਆ। ਉਹ ਸੱਚ ਦੇ ਗਿਆਨ ਤੋਂ ਬਿਨਾਂ ਅਸੀਂ
ਅੰਨੇ ਆ ਸੁਣੰਦਾ ਕੈਸੇ ਮਾਰਗ ਪਾਏ। ਜੇ ਕਿਸੇ ਨੇ ਭਾਈ ਆਪਦੇ ਘਰ ਪਹੁੰਚਣਾ, ਅਸੀਂ ਅੰਨੇ ਆ। ਮਨੰਦਾ ਨੌ ਸਿਆਣ, ਪਰ ਇਹਨੇ ਸਿਆਣਾ ਰੱਖ ਲਿਆ। ਅੰਨਾ ਹੀ ਰਹੂਗਾ ਸਿਆਣਾ ਸੰਸਾਰ, ਜਿੰਨਾ ਮਰਜ਼ੀ ਬਣ ਜਾਵੇ। ਜਦੋਂ ਕਾਲ ਆਉਂਦਾ ਭਾਈ ਇੱਕ ਨਹੀਂ ਚੱਲਦੀ। ਸਹਿ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਓ ਸਾਰੇ ਮੰਨ ਲਈਏ ਭਾਈ ਸੱਚ ਦਾ ਗਿਆਨ ਲੈ ਕੇ ਵੀ ਜੋ ਕੁਛ ਹੋ ਰਿਹਾ ਹੁਕਮ 'ਚ ਹੋ ਰਿਹਾ, ਫਿਰ ਅਸੀਂ ਆਪਦੇ ਘਰ ਪਹੁੰਚਾਂਗੇ। ਫਿਰ ਆਪਾਂ ਨੂੰ ਛੁਟਕਾਰਾ ਮਿਲੂਗਾ। ਟ੍ਰੇਨ ਦੇ ਅੱਗੇ ਖੜਾਂਗੇ ਤਾਂ ਮੌਤ ਹੈ, ਟ੍ਰੇਨ 'ਚ ਬਹਿ ਜਾਾਂਗੇ ਤਾਂ ਸਫ਼ਰ ਸ਼ੁਰੂ ਹੋ ਜੂ। ਟ੍ਰੇਨ ਦੇ ਅੱਗੇ ਖੜਾ, ਹੁਕਮ ਦੇ ਅੱਗੇ ਖੜਾ ਹੋਣਾ ਹੀ ਕਾਲ ਹੈ। ਹੁਕਮ ਦਾ ਵਿਰੋਧ ਕਰਨਾ ਹੀ ਸਾਡਾ ਕਾਲ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਅਸੀਂ ਵੀ ਭਾਣੇ ਦੇ ਵਿੱਚ ਚੱਲੀਏ, ਅਸੀਂ ਵੀ ਹੁਕਮ ਦਾ ਜਸ ਕਰੀਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।